ਸੋਸ਼ਲ ਮੀਡੀਆ ਤੇ ਆਪਾਂ ਅੱਜ ਕੱਲ੍ਹ ਸਾਰੇ ਹੀ ਦੇਖ ਰਹੇ ਹਾਂ ਕਿ ਕਿੱਦਾਂ ਹਾਰਟ ਅਟੈਕ ਦੀ ਪ੍ਰੋਬਲਮ ਦਿਨ ਬਾਏ ਦਿਨ ਵੱਧਦੀ ਜਾਂਦੀ ਆ। ਪਿਛਲੇ ਕੁਝ ਦਿਨਾਂ 'ਚ ਆਪਾਂ ਦੇਖਿਆ ਕਿ ਕੈਨੇਡਾ ਦੇ ਵਿੱਚ ਕਿੱਦਾਂ ਨੌਜਵਾਨ ਮੁੰਡਿਆਂ ਦੀ ਹਾਰਟ ਅਟੈਕ ਨਾਲ ਮੌਤ ਹੋਈ। ਇਸੇ ਤਰ੍ਹਾਂ ਜੇ ਆਪਾਂ ਦੇਖੀਏ ਤਾਂ ਇੰਡੀਆ ਦੇ ਵਿੱਚ ਵੀ ਕਾਫੀ ਯੰਗ ਸੈਲੀਬ੍ਰਿਟੀ ਸੀ ਜਿਨ੍ਹਾਂ ਦੀ ਹਾਰਟ ਅਟੈਕ ਕਰਕੇ ਇਸ ਸਾਲ ਤੇ ਪਿਛਲੇ ਸਾਲ ਦੇ ਵਿੱਚ ਮੌਤ ਹੋਈ। ਤੇ ਕੁਝ ਲੋਕ ਇਸ ਨੂੰ ਕੋਵਿਡ-19 ਦੇ ਨਾਲ ਤੇ ਵੈਕਸੀਨੇਸ਼ਨ ਦੇ ਨਾਲ ਵੀ ਜੋੜ ਕੇ ਦੇਖ ਰਹੇ ਨੇ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ। There's a need to talk more about this and try and understand why heart attacks are suddenly claiming young lives. ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਪ੍ਰਭਜੋਤ ਸਿੰਘ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਅੱਜ ਗੱਲ ਕਰ ਰਹੇ ਹਾਂ ਹਾਰਟ ਅਟੈਕ ਤੇ। ਤਾਂ ਸਾਰਿਆਂ ਨੂੰ ਪਹਿਲਾਂ ਗੱਲ ਕਰ ਲੈਂਦੇ ਹਾਂ ਕੁਝ ਨੰਬਰਿੰਗ ਦੀ। ਇੰਡੀਆ ਦੇ ਵਿੱਚ ਇੱਕ ਸਟੱਡੀ ਦੇ ਅਕੋਰਡਿੰਗ ਹਰ ਰੋਜ਼ 900 ਲੋਕਾਂ ਦੀ ਮੌਤ ਹੋ ਜਾਂਦੀ ਆ ਹਾਰਟ ਅਟੈਕ ਦੀ ਵਜ੍ਹਾ ਨਾਲ ਜਿਨ੍ਹਾਂ ਦੀ ਏਜ ਅੰਡਰ 30 ਇਅਰਸ ਹੁੰਦੀ ਆ। ਤੇ ਜੇ ਆਪਾਂ ਗੱਲ ਕਰੀਏ ਤਾਂ NCBI ਦੀ ਰਿਪੋਰਟ ਦੀ ਤਾਂ ਉਸ ਦੇ ਅਕੋਰਡਿੰਗ ਇੰਡੀਆ ਦੇ ਵਿੱਚ ਇੱਕ ਸਾਲ ਦੇ ਵਿੱਚ ਲਗਭਗ 3 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਆ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ। ਤੇ ਜੇ ਗੱਲ ਕਰਦੇ ਆ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਇਹ ਨੰਬਰ 6.5 ਲੱਖ ਨੇ ਸਾਲ ਦੇ। ਤੇ ਜਿੰਨੀਆਂ ਵੀ ਪ੍ਰੋਬਲਮਸ ਹਾਰਟ ਰਿਲੇਟਡ ਹੁੰਦੀਆਂ ਨੇ ਜਾਂ ਹਾਰਟ ਦੇ ਵਿੱਚ ਵੈਸਲ ਜਾਂ ਆਰਟਰੀ ਦੇ ਵਿੱਚ ਕੋਈ ਵੀ ਬਲੌਕੇਜ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਹਾਰਟ ਰਿਲੇਟਡ, ਤਾਂ ਉਹਨਾਂ ਸਾਰਿਆਂ ਨੂੰ ਆਪਾਂ ਨਾਮ ਦਿੰਦੇ ਆ ਕਾਰਡੀਓਵੈਸਕੂਲਰ ਡਿਸੀਜ਼ਸ। ਤਾਂ ਇਹ ਸਾਰੇ ਦੇ ਸਾਰੇ ਇੱਕ ਕਾਰਡੀਓਵੈਸਕੂਲਰ ਡਿਸੀਜ਼ ਦੇ ਅੰਡਰ ਆਉਂਦੇ ਨੇ। ਹਾਰਟ ਅਟੈਕ, ਸਟ੍ਰੋਕ, ਇਹ ਸਾਰਿਆਂ ਨੂੰ ਉਹਨਾਂ ਦੇ ਅੰਡਰ ਗਿਣਿਆ ਜਾਂਦਾ। ਹੁਣ ਆਪਾਂ ਗੱਲ ਕਰਦੇ ਹਾਂ ਹਾਰਟ ਅਟੈਕ ਦੀ। ਜੇ ਹਾਰਟ ਅਟੈਕ ਨੂੰ ਸਿੰਪਲ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਜਦੋਂ ਹਾਰਟ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਕਸੀਜਨ ਨਹੀਂ ਪਹੁੰਚਦੀ ਤੇ ਹਾਰਟ ਨੂੰ ਆਕਸੀਜਨ ਜਾਂਦੀ ਆ ਬਲੱਡ ਦੇ ਰਾਹੀਂ। ਜੋ ਆਪਣੀਆਂ ਬਲੱਡ ਵੈਸਲਸ ਤੇ ਆਰਟਰੀਜ਼ ਹਾਰਟ ਨੂੰ ਆਕਸੀਜਨ ਪਹੁੰਚਾਉਂਦੀਆਂ ਨੇ ਬਲੱਡ ਦੇ ਰਾਹੀਂ, ਜਦ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲੌਕੇਜ ਆ ਜਾਏ ਜਾਂ ਕਿਸੇ ਬਲੱਡ ਵੈਸਲ ਦੇ ਵਿੱਚ ਜਦੋਂ ਫੈਟੀ ਡਿਪੋਜ਼ਿਟਸ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਜਿਹੜਾ ਬਲੱਡ ਦਾ ਫਲੋ ਆ ਉਹ ਘਟ ਜਾਂਦਾ, ਜਿਹਦੇ ਨਾਲ ਬਲੱਡ ਨੂੰ ਆਕਸੀਜਨ ਘੱਟ ਪਹੁੰਚਦੀ ਆ। ਤੇ ਜੇ ਉਸ ਦੇ ਬ੍ਰੇਕ ਹੋਣ ਦੇ ਕਾਰਨ ਜਾਂ ਫਿਰ ਉਸ ਦੇ ਵਧਣ ਦੇ ਕਾਰਨ ਜਦੋਂ ਬਲੱਡ ਕਲੌਟਿੰਗ ਹੋਣੀ ਸ਼ੁਰੂ ਹੋ ਜਾਵੇ ਜਾਂ ਫਿਰ ਬਲੱਡ ਦੀ ਬਲੌਕੇਜ ਹੋ ਜਾਵੇ ਵੈਸਲ ਦੇ ਵਿੱਚ, ਤਾਂ ਆਕਸੀਜਨ ਨਾ ਪਹੁੰਚਣ ਦੇ ਕਾਰਨ ਹਾਰਟ ਮਰਨਾ ਸ਼ੁਰੂ ਹੋ ਜਾਂਦਾ ਤੇ ਉਸ ਨੂੰ ਹੀ ਆਪਾਂ ਹਾਰਟ ਅਟੈਕ ਕਹਿ ਦਿੰਦੇ ਹਾਂ। ਹੁਣ ਗੱਲ ਕਰਦੇ ਹਾਂ ਇੰਡੀਅਨਸ ਬਾਰੇ। ਤੁਸੀਂ ਅਕਸਰ ਹੀ ਸੁਣਿਆ ਹੋਣਾ ਕਿ ਇੰਡੀਅਨਸ ਦੇ ਵਿੱਚ ਹਾਰਟ ਅਟੈਕ ਹੋਣ ਦਾ ਖਤਰਾ ਜ਼ਿਆਦਾ ਹੁੰਦਾ। ਹਾਂਜੀ, ਇਹ ਗੱਲ ਸਾਇੰਟੀਫਿਕਲੀ ਪ੍ਰੂਫ ਹੋ ਚੁੱਕੀ ਹੈ ਕਿ ਇੰਡੀਅਨਸ ਦੇ ਜੈਨੇਟਿਕਸ ਦੇ ਕਰਕੇ ਜਿਹੜਾ ਇੰਡੀਅਨ ਦੇ ਹਾਰਟ ਦੀਆਂ ਬਲੱਡ ਵੈਸਲਸ ਹੁੰਦੀਆਂ ਤੇ ਆਰਟਰੀਜ਼ ਹੁੰਦੀਆਂ ਉਹ ਅਕਸਰ ਛੋਟੀਆਂ ਹੁੰਦੀਆਂ ਵੈਸਟ ਦੇ ਲੋਕਾਂ ਨਾਲੋਂ। ਤਾਂ ਕਰਕੇ ਇੰਡੀਅਨਸ ਦੇ ਵਿੱਚ ਹਾਰਟ ਅਟੈਕ ਦਾ ਖਤਰਾ 35 ਤੋਂ 40% ਜ਼ਿਆਦਾ ਹੁੰਦਾ ਵਾ ਵੈਸਟ ਕੰਟਰੀਜ਼ ਦੇ ਮੁਕਾਬਲੇ। ਤਾਂ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇੰਡੀਅਨਸ ਦੇ ਵਿੱਚ ਹਾਰਟ ਅਟੈਕ 10 ਸਾਲ ਪਹਿਲਾਂ ਪਾਇਆ ਜਾਂਦਾ ਆ ਵੈਸਟ ਦੇ ਲੋਕਾਂ ਨਾਲੋਂ। ਤਾਂ ਜੇ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਕਿ ਇੱਕ ਇੰਡੀਅਨ ਤੇ ਇੱਕ ਅਮਰੀਕਨ, ਜਿਨ੍ਹਾਂ ਦੋਨਾਂ ਨੂੰ ਸੇਮ ਲਾਈਫ ਸਟਾਈਲ ਦਿੱਤਾ ਜਾਂਦਾ ਆ, ਉਹਨਾਂ ਦੀ ਉਮਰ ਭਰ ਦੇ ਲਈ ਸੇਮ ਡਾਈਟ ਦਿੱਤੀ ਜਾਂਦੀ ਆ, ਤਾਂ ਜੇਕਰ ਅਮਰੀਕਨ ਨੂੰ 50 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਆ ਰਿਹਾ ਵਾ ਤਾਂ ਉਹੀ ਸੇਮ ਇੰਡੀਅਨ ਨੂੰ 40 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਆਊਗਾ। ਤੇ ਇੰਡੀਆ ਦੇ ਵਿੱਚ ਦੂਜੀ ਤੇ ਮੇਨ ਪ੍ਰੋਬਲਮ ਜਿਹੜੀ ਹੈ ਉਹ ਹੈਗੀ ਡਾਇਬਟੀਜ਼ ਦੀ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਡਾਇਬਟੀਜ਼ ਦੇ ਵਿੱਚ ਲੀਡਿੰਗ ਕੰਟਰੀ ਬਣ ਚੁੱਕਿਆ ਆ ਤੇ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਵੱਧ ਜੇ ਬਿਮਾਰੀ ਪਾਈ ਜਾਂਦੀ ਹੈ ਤਾਂ ਉਹ ਡਾਇਬਟੀਜ਼ ਦੀ ਪਾਈ ਜਾਂਦੀ ਆ। ਉਸ ਦਾ ਵੀ ਬਹੁਤ ਵੱਡਾ ਤੇ ਸਿੱਧਾ ਰੋਲ ਆ ਹਾਰਟ ਅਟੈਕ ਦੇ ਵਿੱਚ। ਤੇ ਹੁਣ ਆਪਾਂ ਗੱਲ ਕਰਦੇ ਹਾਂ ਹਾਰਟ ਅਟੈਕ ਦੇ ਸਿੰਪਟਮਸ ਦੀ ਤੇ ਕੀ ਕਾਰਨ ਨੇ ਕਿ ਇੰਨੀ ਯੰਗ ਏਜ ਦੇ ਵਿੱਚ ਅੱਜ ਕੱਲ੍ਹ ਲੋਕਾਂ ਨੂੰ ਹਾਰਟ ਅਟੈਕ ਆ ਰਹੇ ਨੇ। ਤਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੰਪਟਮਸ ਦੀ। ਤਾਂ ਜੇ ਹਾਰਟ ਅਟੈਕ ਆਉਂਦਾ ਹੈ ਤਾਂ ਉਹਦੇ ਕੁਝ ਸਿੰਪਟਮਸ ਇਹ ਹੁੰਦੇ ਨੇ ਕਿ ਆਪਣੀ ਛਾਤੀ ਦੇ ਵਿੱਚ ਦਰਦ ਹੋਣਾ ਜਾਂ ਫਿਰ ਆਪਣੀ ਖੱਬੀ ਬਾਂਹ ਦੇ ਵਿੱਚ ਦਰਦ ਹੋਣਾ, ਜਵਾੜਿਆਂ ਦੇ ਵਿੱਚ ਦਰਦ ਹੋਣਾ, ਢਿੱਡ ਦੇ ਵਿੱਚ। ਤਾਂ ਇਸ ਤਰ੍ਹਾਂ ਦੇ ਕੁਝ ਸਿੰਪਟਮਸ ਹੁੰਦੇ ਨੇ ਹਾਰਟ ਅਟੈਕ ਦੇ। ਤੇ ਵੂਮਨਸ ਦੇ ਵਿੱਚ ਜ਼ਿਆਦਾਤਰ ਇਹ ਸਿੰਪਟਮਸ ਹੋ ਸਕਦੇ ਨੇ ਟਾਇਰਡਨੈਸ ਤੇ ਵੀਕਨੈਸ ਦੇ, ਜੋ ਕਿ ਵੂਮਨਸ ਤੇ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਨੇ। ਤੇ ਕੁਝ ਸਾਇਲੈਂਟ ਅਟੈਕ ਵੀ ਹੁੰਦੇ ਨੇ ਜਿਨ੍ਹਾਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ, ਸਾਇਲੈਂਟ ਹਾਰਟ ਅਟੈਕ ਕਿਹਾ ਜਾਂਦਾ ਉਹਨਾਂ ਨੂੰ। ਤਾਂ ਉਹ ਜ਼ਿਆਦਾਤਰ ਪਾਏ ਜਾਂਦੇ ਨੇ ਜਿਹੜੇ ਕਿ ਡਾਇਬਟੀਜ਼ ਦੇ ਪੇਸ਼ੈਂਟਸ ਹੁੰਦੇ ਨੇ। ਤਾਂ ਆਪਾਂ ਹੁਣ ਗੱਲ ਕਰਦੇ ਹਾਂ ਕਾਜ਼ਿਸ ਦੀ ਤੇ ਕਿਹੜੀਆਂ ਚੀਜ਼ਾਂ ਨੇ ਜੋ ਬੰਦੇ ਨੂੰ ਹਾਰਟ ਅਟੈਕ ਦੇ ਵੱਲ ਧੱਕਦੀਆਂ ਨੇ। ਤਾਂ ਉਹਦੇ ਵਿੱਚ ਕੁਝ ਮੇਨ ਕਾਜ਼ਿਸ ਆਉਂਦੇ ਨੇ ਡਾਇਬਟੀਜ਼, ਹਾਈ ਕੋਲੈਸਟਰੋਲ, ਹਾਈ ਬਲੱਡ ਪ੍ਰੈਸ਼ਰ, ਫੈਮਿਲੀ ਹਿਸਟਰੀ, ਲਾਈਫਸਟਾਈਲ ਦੇ ਵਿੱਚ ਕੁਝ ਚੀਜ਼ਾਂ ਆ ਜਾਂਦੀਆਂ ਨੇ ਕਿ ਆਪਣੀ ਡਾਈਟ ਕਿੱਦਾਂ ਦੀ ਆ ਤੇ ਆਪਣੀ ਫਿਜ਼ੀਕਲ ਐਕਟੀਵਿਟੀਜ਼ ਕਿੰਨਾ ਦੀ ਆ, ਸਟ੍ਰੈਸ ਲੈਵਲ ਕੀ ਆ, ਤੇ ਇਹ ਸਾਰੀਆਂ ਚੀਜ਼ਾਂ ਲਾਈਫਸਟਾਈਲ ਦੇ ਵਿੱਚ ਆ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਮੇਨ ਕਾਜ਼ ਆਉਂਦਾ ਵਾ ਸਮੋਕਿੰਗ, ਅਲਕੋਹਲ ਤੇ ਡਰੱਗਸ। ਤਾਂ ਇਹਨਾਂ ਦਾ ਵੀ ਬਹੁਤ ਮੇਜਰ ਰੋਲ ਆ ਇੱਕ ਹਾਰਟ ਅਟੈਕ ਦੇ ਵਿੱਚ। ਤਾਂ ਇਸ ਦੇ ਨਾਲ ਜੋ ਇਸ ਕਾਜ਼ ਦੇ ਵਿੱਚ ਇੱਕ ਮੇਨ ਡਿਫਰੈਂਸ ਆਇਆ ਲਾਸਟ 2 ਸਾਲਾਂ ਦੇ ਵਿੱਚ ਉਹ ਸੀਗਾ ਕੋਵਿਡ-19, ਜਿਹਦੇ ਵਿੱਚ 2 ਚੀਜ਼ਾਂ ਸਾਰਿਆਂ ਨੂੰ ਮੇਜਰ ਰੋਲ ਪਲੇ ਕਰਦੀਆਂ ਨੇ। ਇੱਕ ਤਾਂ ਸੀਗਾ ਪੈਂਡੈਮਿਕ ਦਾ ਟਾਈਮ ਪੀਰੀਅਡ 2 ਸਾਲ ਦਾ ਤੇ ਦੂਸਰਾ ਵੈਕਸੀਨੇਸ਼ਨ। ਤਾਂ ਜੇ ਆਪਾਂ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਕਈ ਲੋਕਾਂ ਦਾ ਮੰਨਣਾ ਇਹ ਹੈ ਕਿ ਉਹਦੇ ਨਾਲ ਯੰਗ ਏਜ ਲੋਕਾਂ ਦੇ ਵਿੱਚ ਹਾਰਟ ਅਟੈਕ ਦਾ ਜਿਹੜਾ ਪ੍ਰੋਬੇਬਿਲਿਟੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਤੇ ਉਸ ਦੇ ਕਾਰਨ ਲੋਕਾਂ ਨੂੰ ਹਾਰਟ ਅਟੈਕ ਆਉਣੇ ਸ਼ੁਰੂ ਹੋ ਗਏ। ਤਾਂ ਇਸ ਦੇ ਨੂੰ ਜੇ ਦੇਖਿਆ ਜਾਵੇ ਤਾਂ ਇਹਦਾ ਕੋਈ ਹਜੇ
ਪੱਕਾ ਸਬੂਤ ਨਹੀਂ ਹੈ ਕਿ ਉਹਦੇ ਕਾਰਨ ਹੀ ਲੋਕਾਂ ਨੂੰ ਹਾਰਟ ਅਟੈਕ ਆ ਰਹੇ ਨੇ, ਕਿਉਂਕਿ ਕੁਝ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਉਸ ਤੋਂ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਇਸ਼ੂ ਨਹੀਂ ਆਇਆ ਤੇ ਕਈਆਂ ਨੂੰ ਉਸ ਤੋਂ ਪ੍ਰੋਬਲਮਸ ਆਈਆਂ ਵੀ ਨੇ ਤੇ ਬਟ ਜੋ ਅਕੋਰਡਿੰਗ ਟੂ ਟਾਈਮ ਸੋਲਵ ਹੁੰਦੀਆਂ ਗਈਆਂ, ਬਟ ਇਹਦਾ ਕੋਈ ਹਜੇ ਇੱਦਾਂ ਪੱਕਾ ਪ੍ਰੂਫ ਨਹੀਂ ਆ ਕਿ ਉਸ ਦੇ ਕਾਰਨ ਹੀ ਬੰਦਿਆਂ ਨੂੰ ਹਾਰਟ ਅਟੈਕ ਆਉਂਦੇ ਹੋਣ। ਦੂਜਾ ਜੇ ਆਪਾਂ ਲਈਏ ਤਾਂ ਜਿਹੜਾ ਆਪਣਾ ਟਾਈਮ ਪੀਰੀਅਡ ਸੀ 2 ਸਾਲ ਦਾ, ਤਾਂ ਉਹ ਸੇਮ ਚੀਜ਼ ਆਉਂਦੀ ਆ ਆਪਣੇ ਲਾਈਫ ਸਟਾਈਲ ਦੇ ਵਿੱਚ। ਤਾਂ ਕੋਵਿਡ-19 ਦੇ ਆਉਣ ਦੇ ਕਾਰਨ ਲੋਕਾਂ ਦੀਆਂ ਜਿਹੜੀਆਂ ਜੌਬ ਸੀਗੀਆਂ ਉਹ ਲਾਸ ਹੋਈਆਂ ਤੇ ਲੋਕੀ ਘਰ ਦੇ ਵਿੱਚ ਰਹਿਣ ਲੱਗ ਗਏ, ਲੋਨਲੀਨੈਸ ਫੀਲ ਕਰਨ ਲੱਗ ਗਏ ਤੇ ਉਸ ਦੇ ਨਾਲ ਨਾਲ ਲੋਕਾਂ ਦਾ ਡਾਈਟ ਤੇ ਵੀ ਕਾਫੀ ਇਫੈਕਟ ਪਿਆ ਤੇ ਹਰ ਕੋਈ ਉਸ ਸਮੇਂ ਘਰ ਦੇ ਵਿੱਚ ਸ਼ੈਫ ਬਣਿਆ ਹੋਇਆ ਸੀ ਤੇ ਹਰ ਕੋਈ YouTube ਤੋਂ ਦੇਖ ਕੇ ਕੁਛ ਨਾ ਕੁਛ ਘਰੇ ਬਣਾ ਕੇ ਜੋ ਕਿ ਡੀਪ ਫਰਾਈ ਜਾਂ ਹੋਰ ਕਾਫੀ ਡਿਸ਼ਿਸ ਨੂੰ ਟਰਾਈ ਕਰ ਰਿਹਾ ਸੀ। ਤੇ ਕੁਝ ਲੋਕ ਇਦਾਂ ਦੇ ਸੀ ਜੋ ਇਸ ਤੋਂ ਬਿਲਕੁਲ ਆਪੋਜ਼ਿਟ ਕਰ ਬੈਠੇ, ਜਿਹੜੇ 10-10 15-15 20-20 ਸਾਲ ਤੋਂ ਜਿਨ੍ਹਾਂ ਦਾ ਲਾਈਫ ਸਟਾਈਲ ਸੀਗਾ ਕਿ ਇੱਕ ਚੇਅਰ ਤੇ ਬੈਠ ਕੇ ਜੌਬ ਕਰਨੀ, ਤੇ ਉਹ ਇੱਕਦਮ ਹੀ ਚੇਂਜ ਹੋ ਗਏ ਕਿ ਸਾਡੇ ਕੋਲ ਹੁਣ ਟਾਈਮ ਆ ਤੇ ਉਹ ਐਕਸਟ੍ਰੀਮ ਐਕਸਰਸਾਈਜ਼ਸ ਕਰਨ ਲੱਗ ਗਏ ਤੇ ਫਿਜ਼ੀਕਲ ਐਕਟੀਵਿਟੀਜ਼ ਪਰਫਾਰਮ ਕਰਨ ਲੱਗ ਗਏ, ਜਿਨ੍ਹਾਂ ਜੋ ਵੀ ਇੱਕ ਰੀਜ਼ਨ ਬਣਿਆ, ਕੌਜ਼ ਬਣਿਆ ਹਾਰਟ ਅਟੈਕ ਦੇ ਵਿੱਚ। ਕਿਉਂਕਿ ਜੋ ਇਨਸਾਨ ਪਿਛਲੇ 20 ਸਾਲ ਤੋਂ ਚੇਅਰ ਤੇ ਬੈਠ ਕੇ ਕੋਈ ਉਹਦੀ ਫਿਜ਼ੀਕਲ ਐਕਟੀਵਿਟੀ ਨਹੀਂ ਤੇ ਉਹ ਇੱਕਦਮ ਐਕਸਟ੍ਰੀਮ ਐਕਸਰਸਾਈਜ਼ ਕਰਨ ਲੱਗ ਜੇ, ਤਾਂ ਉਹ ਵੀ ਇੱਕ ਕੌਜ਼ ਸੀਗਾ ਹਾਰਟ ਅਟੈਕ ਦਾ। ਤੇ ਦੂਸਰਾ ਤਾਂ ਸਟ੍ਰੈਸ ਤੇ ਜੌਬ ਲਾਸ ਹੋਣ ਕਰਕੇ ਜੋ ਬੰਦਾ ਡਿਪਰੈਸ਼ਨ 'ਚ ਗਿਆ, ਉਹ ਵੀ ਇੱਕ ਮੇਜਰ ਰੋਲ ਪਲੇ ਕੀਤਾ ਹਾਰਟ ਅਟੈਕ ਦੇ ਵਿੱਚ। ਓਬਵੀਅਸਲੀ ਜੋ ਆਪਣੀ ਡਾਈਟ ਸੀਗੀ ਤੇ ਉਹ ਵੀ ਕਾਫੀ ਲੋਕਾਂ ਦੀ ਚੇਂਜ ਹੋਈ, ਤਾਂ ਉਹ ਵੀ ਇੱਕ ਕੌਜ਼ ਸੀਗਾ ਕਿ ਜਿਹੜਾ ਹਾਰਟ ਅਟੈਕ ਦੇ ਵਿੱਚ ਨੰਬਰ ਆਫ ਕੇਸਿਸ ਇਨਕਰੀਜ਼ ਹੋਏ। ਤਾਂ ਇਹ ਕੁਝ ਮੇਨ ਕੌਜ਼ ਸੀ ਅੱਜ ਦੇ ਸਮੇਂ ਦੇ ਵਿੱਚ ਹਾਰਟ ਅਟੈਕ ਦੀ। ਤਾਂ ਜੇ ਹੁਣ ਆਪਾਂ ਗੱਲ ਕਰੀਏ ਇੰਡੀਅਨਸ ਦੀ ਤੇ ਆਪਾਂ ਹਿਸਟਰੀ 'ਚ ਜਾਈਏ ਤਾਂ ਅੱਜ ਤੋਂ ਕੁਝ ਸਾਲ ਪਹਿਲਾਂ ਇੰਡੀਆ ਦੇ ਵਿੱਚ ਲੋਕ ਭੁੱਖਮਰੀ ਕਰਕੇ ਮਰਦੇ ਸੀ ਕਿ ਉਹਨਾਂ ਕੋਲੇ ਖਾਣ ਨੂੰ ਨਹੀਂ ਸੀ, ਬਟ ਆਫਟਰ ਗ੍ਰੀਨ ਰੈਵੋਲੂਸ਼ਨ ਤੇ ਪ੍ਰੋਸੈਸਡ ਫੂਡ ਦੇ ਕਾਰਨ ਲੋਕਾਂ ਕੋਲੇ ਖਾਣਾ ਤਾਂ ਬਹੁਤ ਹੋ ਗਿਆ, ਬਟ ਪ੍ਰੋਸੈਸਡ ਫੂਡ ਦੇ ਕਾਰਨ ਤਾਂ ਲੋਕਾਂ ਨੂੰ ਇਹੋ ਜਿਹਾ ਕੁਝ ਖਾਣਾ ਪਿਆ ਜਿਹਦੇ ਕਾਰਨ ਲੋਕਾਂ ਦੀ ਜਿਹੜੀ ਡਾਈਟ ਸੀ ਉਹ ਬਿਲਕੁਲ ਹੀ ਟੋਟਲੀ ਚੇਂਜ ਹੋ ਗਈ ਤੇ ਲੋਕੀ ਯੰਕ ਫੂਡ, ਫਾਸਟ ਫੂਡ ਵੱਲ ਜ਼ਿਆਦਾ ਚੱਲ ਪਏ। ਤੇ ਉਸ ਦੇ ਨਾਲ ਨਾਲ ਉੱਥੇ 에ਅਰ ਪੋਲਿਊਸ਼ਨ, ਹਵਾ ਦਾ ਇੰਡੈਕਸ ਕਿੰਨਾ ਸਾਫ਼ ਆ ਤੇ ਨਾਲ ਦੀ ਨਾਲ ਯੰਗ ਏਜ ਦੇ ਵਿੱਚ ਯੰਗ ਲੋਕਾਂ ਦੇ ਵਿੱਚ ਜੌਬ ਨੂੰ ਲੈ ਕੇ ਸਟ੍ਰੈਸ, ਆਪਣੇ ਕੈਰੀਅਰ ਨੂੰ ਲੈ ਕੇ ਸਟ੍ਰੈਸ ਤੇ ਉਹਨਾਂ ਦੀ ਲਾਈਫ ਇੰਨੀ ਕਿ ਜ਼ਿਆਦਾ ਫਾਸਟ ਹੋ ਚੁੱਕੀ ਆ ਕਿ ਉਹਨਾਂ ਦੇ ਕੋਲੇ ਟਾਈਮ ਹੀ ਹੈ ਨਹੀਂਗਾ ਕਿ ਉਹ ਬੈਠ ਕੇ ਆਪਣਾ ਸਟ੍ਰੈਸ ਲੈਵਲ ਨੂੰ ਰਿਲੀਵ ਕਰ ਸਕਣ ਤੇ ਉਹ ਐਕਸਰਸਾਈਜ਼ ਕਰ ਸਕਣ, ਫਿਜ਼ੀਕਲ ਐਕਟੀਵਿਟੀਜ਼ ਕਰ ਸਕਣ ਤੇ ਨਾਲ ਦੀ ਨਾਲ ਉਹਨਾਂ ਦਾ ਖਾਣਾ ਪੀਣਾ ਸਟਰੀਟ ਫੂਡ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਹੋ। ਅੱਜ ਕੱਲ੍ਹ ਤੁਸੀਂ ਦੇਖਿਆ ਹੀ ਹੋਣਾ ਫੂਡ ਬਲੌਗਰਾਂ ਨੇ ਵੀ ਜੋ ਉਹ ਦਿਖਾ ਰਹੇ ਨੇ ਕਿ ਉਹਨਾਂ ਦੇ ਅਕੋਰਡਿੰਗ ਫੂਡ ਉਹੀ ਆ ਜਿਹਦੇ ਵਿੱਚ ਦੇਸੀ ਘਿਓ ਤੇ ਮੱਖਣ ਹੀ ਪਾਇਆ ਜਾਵੇ, ਉਸ ਤੋਂ ਬਿਨਾ ਫੂਡ ਭਾਵੇਂ ਨਾ ਹੋਵੇ ਪਰ ਦੇਸੀ ਘਿਓ ਤੇ ਮੱਖਣ ਹੋਣਾ ਚਾਹੀਦਾ ਤੇ ਉਹ ਡੀਪ ਫਰਾਈ होना चाहिए। तो जरूर आओ यार यहाँ गाइस, ये आप लोग देख रहे हो भैया, ये पूरी आधी किलो की मक्खन की टिक्की जाने वाली है भैया? हाँ जी हाँ जी। ये देखिए भाई साहब, ये पूरी टिक्की जाएगी ऐसे तवे के ऊपर। भाई अंकित भैया ने पूरा अमूल का बटर, भाई साहब आधी किलो की मक्खन की टिक्की, ये देखिए भाई साहब, गजब चीज है यार ये तो भाई ये जो है भाई इसको चक्कर कटाए जा रहे हैं पार्क के, ये देख। ਤਾਂ ਇਹ ਉਹ ਕਾਫੀ ਚੀਜ਼ਾਂ ਨੇ ਰਲ ਮਿਲ ਕੇ ਜਿਹੜਾ ਇਹ ਕੌਜ਼ ਕੀਤਾ ਆ ਹਾਰਟ ਅਟੈਕ ਯੰਗ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵਧੇ ਨੇ। ਉੱਪਰ ਦੀ ਸਟ੍ਰੈਸ ਦੇ ਕਾਰਨ ਫਿਰ ਉਹ ਸਮੋਕਿੰਗ ਕਰਦੇ ਨੇ ਤੇ ਅਲਕੋਹਲ ਪੀਂਦੇ ਨੇ, ਜੋ ਇੱਕ ਹੋਰ ਕੌਜ਼ ਐਡ ਆਨ ਹੋ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜੇ ਮਿਲਾ ਕੇ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ, ਯੰਗ ਲੋਕਾਂ ਨੂੰ ਹਾਰਟ ਅਟੈਕ ਆਉਣਾ ਨਾਰਮਲ ਗੱਲ ਹੀ ਲੱਗਦਾ, ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਹੀ ਇਦਾਂ ਦਾ ਹੋ ਚੁੱਕਿਆ ਵਾ। ਤਾਂ ਜੇ ਆਪਾਂ ਹੁਣ ਗੱਲ ਕਰੀਏ ਕੈਨੇਡਾ ਦੇ ਵਿੱਚ ਇੰਡੀਅਨਸ ਨੂੰ ਹਾਰਟ ਅਟੈਕ ਕਿਉਂ ਆ ਰਹੇ ਨੇ, ਤਾਂ ਜੇ ਆਪਾਂ ਦੇਖੀਏ ਕਿ ਇੱਥੇ ਕਿ ਜਿਹੜਾ 에ਅਰ ਇੰਡੈਕਸ ਆ, ਹਵਾ 에ਅਰ ਪੋਲਿਊਸ਼ਨ ਆ, ਉਹ ਵੀ ਕਾਫੀ ਹੱਦ ਤੱਕ ਠੀਕ ਆ ਤੇ ਜਿਹੜਾ ਆਪਣਾ ਖਾਣਾ ਪੀਣਾ ਆ ਉਹ ਵੀ ਜੇ ਦੇਖਿਆ ਜਾਵੇ ਤਾਂ ਲੋਕ ਮੰਨੇ ਜਾਂਦਾ ਕਿ ਉਹ ਬਹੁਤ ਹੱਦ ਤੱਕ ਸਹੀ ਮਿਲਦਾ ਹੈ। ਬਟ ਜੇ ਆਪਾਂ ਦੇਖੀਏ ਕਿ ਜਿਹੜੇ ਯੰਗਸਟਰਸ ਨੇ ਇੰਡੀਆ ਦੇ ਵਿੱਚੋਂ ਕੈਨੇਡਾ ਦੇ ਵਿੱਚ ਰਹਿਣ ਲਈ ਆਉਂਦੇ ਨੇ, ਚਾਹੇ ਉਹ ਕਿਸੇ ਵੀ ਸਟੇਟਸ ਤੇ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਵਰਕ ਪਰਮਿਟ ਤੇ ਆਉਂਦੇ ਨੇ ਜਾਂ ਪਰਮਨੈਂਟ ਰੈਜ਼ੀਡੈਂਸ ਤੇ ਆਉਂਦੇ ਨੇ, ਤਾਂ ਜੋ ਚੀਜ਼ ਮੈਂ ਵੀ ਆਪਣੀ ਪਰਸਨਲ ਲਾਈਫ ਦੇ ਵਿੱਚ ਇਹ ਓਬਜ਼ਰਵ ਕੀਤੀ ਆ ਕਿ ਉੱਥੋਂ ਆਉਣ ਸਾਰ ਉਹਨਾਂ ਦੇ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਹੁੰਦਾ ਆ ਕਿ ਉਹ ਡਬਲ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਨੇ, ਨਾਲ ਦੀ ਨਾਲ ਪੜ੍ਹਾਈ ਵੀ ਕਰਦੇ ਨੇ ਤੇ ਉਹਨਾਂ ਦਾ ਖਾਣਾ ਪੀਣਾ ਇੰਨਾ ਕੁ ਜ਼ਿਆਦਾ ਬੈਡ ਹੋ ਚੁੱਕਿਆ ਹੁੰਦਾ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਉਹ ਘਰ ਦੇ ਵਿੱਚ ਕੁਝ ਵਧੀਆ ਬਣਾ ਕੇ ਖਾ ਸਕਣ। ਮੈਂ ਆਪਣੀ ਪਰਸਨਲ ਲਾਈਫ ਵਿੱਚ ਇਹ ਓਬਜ਼ਰਵ ਕੀਤਾ ਕਿ ਲੋਕੀ 2-2 ਸ਼ਿਫਟਾਂ ਲਾ ਕੇ ਘਰ ਆਉਂਦੇ ਨੇ ਤੇ ਰਾਹ ਦੇ ਵਿੱਚੋਂ 버ਗਰ, ਫਰਾਈਜ਼ ਵਗੈਰਾ ਲੈ ਕੇ ਤੇ ਰਾਤ ਨੂੰ ਉਹੀ ਖਾ ਕੇ ਸੌ ਜਾਂਦੇ ਨੇ। ਤਾਂ ਇਦਾਂ ਦੀ ਡਾਈਟ ਦੇ ਨਾਲ ਤੇ ਇੰਨੇ ਸਟ੍ਰੈਸਫੁਲ এনवायरमेंट ਦੇ ਵਿੱਚ ਤਾਂ ਕਾਫੀ ਚੀਜ਼ਾਂ ਐਡ ਆਨ ਹੋ ਜਾਂਦੀਆਂ ਨੇ ਜੋ ਇੱਕ ਬੰਦੇ ਨੂੰ ਹਾਰਟ ਅਟੈਕ ਦੇ ਵੱਲ ਧੱਕਦੀਆਂ ਨੇ। ਤਾਂ ਮੇਨ ਰੀਜ਼ਨ ਇੱਥੇ ਵੀ ਉਹੀ ਨੇ, ਸਟ੍ਰੈਸ ਲੈਵਲ ਹੋ ਗਿਆ, ਆਪਣੀ ਡਾਈਟ ਹੋ ਗਈ
ਤੇ ਫਿਜ਼ੀਕਲ ਐਕਟੀਵਿਟੀ, ਐਕਸਰਸਾਈਜ਼ ਦਾ ਨਾ ਹੋਣਾ, ਇਹ ਸਾਰੀਆਂ ਚੀਜ਼ਾਂ ਹੀ ਐਡ ਆਨ ਹੋ ਕੇ ਇੱਕ ਬੰਦੇ ਨੂੰ ਹਾਰਟ ਅਟੈਕ ਦੇ ਵੱਲ ਧੱਕਦੀਆਂ ਨੇ। ਹਾਂ, ਜੇ ਆਪਾਂ ਗੱਲ ਕਰੀਏ ਕਿ ਕੀ ਹਾਰਟ ਅਟੈਕ ਇੱਕ ਪ੍ਰੀਵੈਂਟੇਬਲ ਡਿਜ਼ੀਜ਼ ਆ, ਹਾਂਜੀ ਬਿਲਕੁਲ ਹਾਰਟ ਅਟੈਕ ਇੱਕ ਪ੍ਰੀਵੈਂਟੇਬਲ ਡਿਜ਼ੀਜ਼ ਆ ਤੇ ਇਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਤੇ ਇਹਦਾ ਇਲਾਜ ਵੀ ਹੋ ਸਕਦਾ ਤੇ ਜੇ ਸਹੀ ਸਮੇਂ ਤੇ ਪਤਾ ਚੱਲ ਜੇ ਤਾਂ ਇਹਨੂੰ ਕਿਉਰ ਕੀਤਾ ਜਾ ਸਕਦਾ ਵਾ। ਤਾਂ ਇਹਦੇ ਜੋ ਜਿੱਦਾਂ ਕਿ ਮੈਂ ਤੁਹਾਨੂੰ ਸਿੰਪਟਮਸ ਦੱਸੇ, ਜੇ ਉੱਦਾਂ ਦਾ ਕੋਈ ਵੀ ਸਿੰਪਟਮ ਤੁਹਾਨੂੰ ਕਿਸੇ ਇਨਸਾਨ ਦੇ ਵਿੱਚ ਦਿਖਾਈ ਦਿੰਦਾ ਜਾਂ ਆਪਣੇ ਆਪ ਦੇ ਵਿੱਚ ਦਿਖਾਈ ਦਿੰਦਾ ਵਾ ਤਾਂ ਤੁਹਾਡਾ ਸਾਰਿਆਂ ਨਾਲੋਂ ਪਹਿਲਾ ਕੰਮ ਹੋਊਗਾ ਕਿ ਤੁਸੀਂ 911 ਨੂੰ ਕਾਲ ਕਰੋ ਤੇ ਆਪਣੇ ਆਪ ਨੂੰ ਹਸਪੀਟਲਾਈਜ਼ ਕਰਾਓ। ਤੇ ਜੇ ਤੁਹਾਡੇ ਕੋਲ ਘਰ ਐਸਪਰੀਨ ਹੈਗੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ, ਤਾਂ ਉਹ ਤੁਹਾਨੂੰ ਕੁਝ ਹੋਰ ਮਿੰਟ ਦਾ ਰਿਲੀਫ ਦੇ ਦਿੰਦੀ ਆ ਜੋ ਕਿ ਹਾਰਟ ਅਟੈਕ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਫਾਇਦੇਮੰਦ ਰਹੂਗੀ। ਤਾਂ ਜੇ ਆਪਾਂ ਹੁਣ ਗੱਲ ਕਰੀਏ ਕਿ ਇਸ ਤੋਂ ਇਲਾਵਾ ਆਪਾਂ ਹੋਰ ਕੀ ਕਰ ਸਕਦੇ ਹਾਂ ਹਾਰਟ ਅਟੈਕ ਨੂੰ ਪ੍ਰੀਵੈਂਟ ਕਰਨ ਦੇ ਲਈ, ਤਾਂ ਉਹੀ ਸੇਮ ਚੀਜ਼ਾਂ ਫਿਰ ਆਪਣੇ ਸਾਹਮਣੇ ਆ ਜਾਂਦੀਆਂ ਨੇ ਕਿ ਆਪਾਂ ਨੂੰ ਆਪਣੀ ਡਾਈਟ ਨੂੰ ਸਹੀ ਕਰਨਾ ਪਊਗਾ, ਆਇਲੀ ਚੀਜ਼ਾਂ ਨੂੰ, ਫਰਾਈਡ ਚੀਜ਼ਾਂ ਨੂੰ ਛੱਡਣਾ ਪਊਗਾ, ਘੱਟ ਤੋਂ ਘੱਟ ਕਰਨਾ ਪਊਗਾ, ਟਰਾਂਸ ਫੈਟ ਨੂੰ ਘਟਾਉਣਾ ਪਊਗਾ। ਟਰਾਂਸ ਫੈਟ ਉਹ ਫੈਟ ਆ ਜਿਹੜੀ ਗੁੱਡ ਕੋਲੇਸਟ੍ਰੋਲ ਲੈਵਲ ਨੂੰ ਘਟਾਉਂਦੀ ਆ ਤੇ ਬੈਡ ਕੋਲੇਸਟ੍ਰੋਲ ਲੈਵਲ ਨੂੰ ਇਨਕਰੀਜ਼ ਕਰਦੀ ਆ। ਤੇ ਆਪਾਂ ਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਸ਼ੂਗਰ ਇਨਟੇਕ ਨੂੰ ਘਟਾਉਣਾ ਪਊਗਾ। ਤਾਂ ਜੇ ਆਪਾਂ ਗੱਲ ਕਰੀਏ ਇੱਕ ਨਾਰਮਲ ਇੰਡੀਅਨ ਦੀ, ਤਾਂ ਉਹ ਇੱਕ ਦਿਨ ਦੇ ਵਿੱਚ ਉਹਨਾਂ ਸ਼ੂਗਰ ਇਨਟੇਕ ਕਰਦਾ ਆ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਆਪਾਂ ਅੱਜ ਤੋਂ 100 ਸਾਲ ਪਹਿਲਾਂ ਇੱਕ ਮਹੀਨੇ ਦੇ ਵਿੱਚ ਇਨਟੇਕ ਕਰਦੇ ਸੀ। ਤਾਂ ਉਸ ਤੋਂ ਬਾਅਦ ਜੇ ਆਪਾਂ ਆ ਜਾਈਏ ਤਾਂ ਆਪਣੀ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ, ਤਾਂ ਆਪਾਂ ਨੂੰ ਆਪਣੀ ਲਾਈਫਸਟਾਈਲ ਦੇ ਵਿੱਚ ਐਕਸਰਸਾਈਜ਼ ਨੂੰ ਵਾਪਸ ਮੁੜ ਕੇ ਲਿਆਉਣਾ ਪਊਗਾ। ਆਪਾਂ ਨੂੰ ਡੇਲੀ 15 ਤੋਂ 20 ਮਿੰਟ ਦਿਨ ਦੇ ਵਿੱਚ ਐਕਸਰਸਾਈਜ਼ ਜ਼ਰੂਰੀ ਆ ਜੋ ਕਿ ਆਪਣੀ ਮਿਨੀਮਮ ਰਿਕੁਆਇਰਮੈਂਟ ਹੈ ਇੱਕ ਬਾਡੀ ਦੀ, ਤਾਂ ਆਪਾਂ ਨੂੰ ਉਹ ਕਰਨੀ ਪਊਗੀ। ਆਪਾਂ ਨੂੰ ਆਪਣਾ ਸਟ੍ਰੈਸ ਲੈਵਲ ਘਟਾਉਣਾ ਪਊਗਾ, ਉਹਦੇ ਲਈ ਤੁਸੀਂ ਯੋਗਾ ਕਰ ਸਕਦੇ ਹੋ ਜੋ ਕਿ ਇੱਕ ਬਹੁਤ ਹੀ ਵਧੀਆ ਸਟ੍ਰੈਸ ਰਿਲੀਫ ਕਰਨ ਦੇ ਵਿੱਚ ਹੈਲਪ ਕਰਦਾ ਆ। ਤੇ ਉਸ ਤੋਂ ਬਾਅਦ ਆ ਜਾਂਦੀ ਆ ਕਿ ਆਪਾਂ ਨੂੰ ਸਮੋਕਿੰਗ, ਅਲਕੋਹਲ ਤੇ ਡਰੱਗਸ ਨੂੰ ਵੀ ਛੱਡਣਾ ਪਊਗਾ। ਸਮੋਕਿੰਗ ਇੱਕ ਮੇਜਰ ਕਾਜ਼ ਆ ਹਾਰਟ ਅਟੈਕ। ਤਾਂ ਇਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਹਾਰਟ ਅਟੈਕ ਤੋਂ ਬਚ ਸਕਦੇ ਹਾਂ ਤੇ ਆਪਣੀ ਲਾਈਫ ਨੂੰ ਤੇ ਲਾਈਫਸਟਾਈਲ ਨੂੰ ਵਧੀਆ ਬਣਾ ਸਕਦੇ ਹਾਂ। ਤਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਹੀ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ।